ਤੇਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ। ਸੋ ਆਓ ਜੁੜੀਏ ਗੁਰੂ ਘਰ ਦੇ ਪ੍ਰੋਗਰਾਮ ਦੇ ਨਾਲ। ਬਹੁਤ ਹੀ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ, ਡਾਕਟਰ ਸਾਹਿਬ ਮਸਤੂਆਣਾ ਦਮਦਮੀ ਸਾਹਿਬ ਹੈਦਰਾਬਾਦੀ, ਮਹਾਰਾਜ ਜੀ ਨੇ ਕਿੰਨੀਆਂ ਵਡਿਆਈਆਂ ਦਿੱਤੀਆਂ। ਪਿਛਲੇ ਵੀਕ ਇਹਨਾਂ ਨੇ ਜੋ ਆਪਣੇ ਇਸ਼ਟ ਦੇ ਇਸ਼ਕ ਵਿੱਚ ਹੋਰ ਵੀ ਰੰਗ ਕਿਸ ਤਰ੍ਹਾਂ ਭਰਿਆ ਜਾ ਸਕਦਾ ਹੈ, ਇਬਾਦਤ ਕਿਸ ਤਰ੍ਹਾਂ ਹੋ ਸਕਦੀ ਹੈ, ਉਹ ਬਾਤਾਂ ਆਪਾਂ ਨੂੰ ਸੁਣਾਈਆਂ। ਬੜਾ ਮਹਾਰਾਜ ਨੇ ਬੜਾ ਆਪਣੇ ਐਸੀਆਂ ਬਾਤਾਂ ਕਰਦੇ ਹਨ, ਦਿਲ ਕਰਦਾ ਹੈ ਕਿ ਸੁਣੀ ਹੀ ਜਾਈਏ। ਸੋ ਮਹਾਰਾਜ ਇਹਨਾਂ ਨੂੰ ਹੋਰ ਵੀ ਚੜ੍ਹਦੀਆਂ ਕਲਾ 'ਚ ਰੱਖਣ। ਆਓ, ਸਮਾਂ ਥੋੜ੍ਹਾ ਹੈ, ਫਿਰ ਵੀ ਆਪਾਂ 40 ਮਿੰਟ ਵਾਸਤੇ ਨਾਲ ਹੀ ਭਾਈ ਭਗਵੰਤ ਸਿੰਘ ਜੀ, ਕੁਲਵੰਤ ਸਿੰਘ ਜੀ, ਬੜਾ ਹੀ ਰੰਗ ਭਰਦਾ ਹੈ ਜਦੋਂ ਵਿਆਖਿਆ ਦੇ ਨਾਲ ਕੀਰਤਨ ਆਪਾਂ ਸਰਵਣ ਕਰਦੇ ਹਾਂ ਗੁਰੂ ਦੀ ਬਾਣੀ ਦਾ। ਸੋ ਆਓ ਇਹਨਾਂ ਪਾਸੋਂ ਆਪਾਂ ਇਹ ਪ੍ਰੋਗਰਾਮ ਸਰਵਣ ਕਰੀਏ। ਇਸ ਤੋਂ ਉਪਰੰਤ ਬਲਕਾਰ ਸਿੰਘ ਜੀ ਚੋਲਾ ਆਪਾਂ ਨੂੰ ਦੋ ਜੋ ਕਵਿਤਾ ਹਨ ਕਵੀ ਸ਼੍ਰੀ ਰੂਪ ਦੇ ਵਿੱਚ ਸਰਵਣ ਕਰਾਉਣਗੇ, ਫਿਰ ਅਖਾੜਾ ਹੋਵੇਗਾ। ਸੋ ਸਮਾਂ ਥੋੜ੍ਹਾ ਹੋਰ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਉਹ ਸਹਿਯੋਗ ਦੇ ਰਹੋ। ਆਪ ਜੀ ਦੇ ਨਾਲ ਹੀ ਦਰਬਾਰ ਸੌਂਦੇ ਹਨ। ਮਹਾਰਾਜ ਆਪ ਜੀ ਦੀਆਂ ਝੋਲੀਆਂ ਨਾਮ ਦੇ ਨਾਲ ਭਰ ਕੇ ਆਪ ਜੀ ਨੂੰ ਘਰ ਨੂੰ ਭੇਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜ਼ ਜੀ, ਗੁਰੂ ਰੂਪ ਸਾਧ ਸੰਗਤ ਜੀ, ਇਹਦੀ ਆਵਾਜ਼ ਚੱਕਿਓ ਥੋੜ੍ਹੀ ਜੀ। ਬਹੁਤ ਹੀ ਬੜੇ ਪਿਆਰ ਦੇ ਨਾਲ ਸੰਗਤਾਂ ਸਿੰਘ ਸਾਹਿਬ, ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਉਹਨਾਂ ਦਾ ਦਿਵਸ ਬਹੁਤ ਪਿਆਰ ਦੇ ਨਾਲ ਸੰਗਤ ਮਨਾ ਰਹੀ ਹੈ। ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੋ ਸਿਆਟਲ ਤੋਂ ਆਏ ਸਨ, ਉਹਨਾਂ ਨੇ ਵੀ ਬਹੁਤ ਸੁੰਦਰ ਤਰੀਕੇ ਨਾਲ ਸਾਰਾ ਇਤਿਹਾਸ ਸਰਵਣ ਕਰਾਇਆ। ਆਓ ਹੁਣ ਆਪਾਂ ਉਸ ਆਰੰਭ 'ਤੇ ਆ ਜਾਈਏ ਜਿੱਥੋਂ ਮੂਲ ਮੰਤਰ ਸਾਹਿਬ ਸ਼ੁਰੂ ਹੁੰਦਾ ਹੈ। ਮੂਲ ਮੰਤਰ ਸਾਹਿਬ ਰੱਬ ਜੀ ਦਾ ਸਰੂਪ ਹੈ। ਮੂਲ ਮੰਤਰ ਸਾਹਿਬ ਜੀ ਦੀ ਵਿਆਖਿਆ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹੈ। ਮੂਲ ਮੰਤਰ ਸਾਹਿਬ ਜੀ ਨੂੰ ਜੀਵਨ ਵਿੱਚ ਪ੍ਰੈਕਟੀਕਲ ਕਿਵੇਂ ਦੇਖਣਾ ਹੈ, ਇਹਦੇ ਆਪਾਂ ਥੋੜ੍ਹੇ ਜਿਹੇ ਵਿਚਾਰ ਕਰਾਂਗੇ। ਮੂਲ ਮੰਤਰ ਸਾਹਿਬ ਜੀ ਜੀਵਨ ਦੇ ਵਿੱਚ ਜਦੋਂ ਬੰਦਾ ਪੜ੍ਹਦਾ ਹੈ ਤੇ ਕਿਵੇਂ ਸਵਾਸ ਪੜ੍ਹਦਾ ਤੇ ਕੀ ਹੁੰਦਾ ਹੈ, ਧਿਆਨ ਰੱਖਣਾ। ਜਿਨ੍ਹਾਂ ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਵੀ, ਜੋ ਕਿ ਮਸਤੂਆਣੇ ਵਾਲੇ ਹੋਏ, ਦਾਸ ਉਸ ਡੇਰੇ ਤੋਂ ਹੈ, ਉਹਨਾਂ ਨੇ ਬਹੁਤ ਪਿਆਰ ਦੇ ਨਾਲ ਆਪਣੇ ਸੇਵਕਾਂ ਤੋਂ ਇਹਨਾਂ ਦਾ ਜਾਪ ਕਰਾਇਆ। ਸਵਾਸ ਇੱਕ ਇੱਕ ਸ਼ਬਦ ਨੂੰ ਰੱਖ ਕੇ 6-6 ਮਹੀਨੇ, ਧਿਆਨ ਰੱਖਣਾ, ਇੱਕ ਇੱਕ ਅੱਖਰ ਦੇ ਉਹਨਾਂ ਨੇ ਜਾਪ ਕਰਵਾਏ। ਇਹਨਾਂ ਦੇ ਸ਼ਬਦਾਂ ਬਾਰੇ ਆਪਾਂ ਵਿਚਾਰਾਂਗੇ। ਇਹ ਕਿਸੇ ਦੀ ਗੱਡੀ ਰਸਤੇ 'ਚ ਖੜੀ ਹੈ, 8FLN 067। ਜਿਸ ਕਿਸੇ ਵੀ ਭਾਈ ਦੀ, ਭੈਣ ਦੀ, ਵੀਰ ਦੀ ਗੱਡੀ ਹੋਵੇ, ਥੋੜ੍ਹੀ ਸਾਈਡ 'ਤੇ ਕਰ ਲੈਣੀ। ਸੋ ਆਪਾਂ ਇਸ ਗੱਲ ਦੀ ਵਿਚਾਰ ਕਰਾਂਗੇ। ਭਾਈ ਸਮੇਂ ਬਹੁਤ ਥੋੜ੍ਹਾ ਹੈ, ਚਿੰਤਾ ਨਾ ਕਰਿਓ। ਇੱਥੇ ਇੱਕ ਵੀ ਸਿੰਘ ਬੈਠਾ ਹੋਵੇ, ਆਪਾਂ ਨੇ ਗੱਲ ਸੁਣਾਉਣੀ ਹੈ। ਗੱਲ ਇਸ ਤਰ੍ਹਾਂ ਹੈ, ਇਹ ਨਾ ਖਿਆਲ ਕਰਿਓ ਕਿ ਦਰਬਾਰ ਖਾਲੀ ਹੈ। ਇੱਥੇ ਬੜੇ ਸ਼ਹੀਦ ਸਿੰਘ ਨੇ, ਇੱਥੇ ਬੜੇ ਐਸੀਆਂ ਰੂਹਾਂ ਨੇ ਜੋ ਆਪਾਂ ਨੂੰ ਦ੍ਰਿਸ਼ਟ ਨਹੀਂ ਹੁੰਦੀਆਂ, ਧਿਆਨ ਰੱਖਣਾ। ਉਹ ਸਭ ਜਿਸ ਵੇਲੇ ਮਹਾਰਾਜ ਦਾ ਦਰਬਾਰ ਸਜਿਆ ਹੁੰਦਾ ਹੈ, ਦਰਬਾਰ ਵਿੱਚ ਹਾਜ਼ਰ ਹੁੰਦੀਆਂ ਨੇ, ਧਿਆਨ ਰੱਖਣਾ। ਸੋ ਗੁਰੂ ਮਹਾਰਾਜ ਜੀ ਦਾ ਜਸ ਸਰਵਣ ਕਰਿਓ ਇਸ ਭਾਵ ਦੇ ਨਾਲ। ਆਓ ਸਭ ਤੋਂ ਪਹਿਲਾਂ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਨਗੇ ਸਿੰਘ, ਤੇ ਨਾਲ ਦੀ ਨਾਲ ਫਿਰ ਆਪਾਂ ਜੀਤ ਫਿਰੇ ਸਬਦੇਸ ਦਿਸਾਨ ਕੋ ਪੜਾਂਗੇ। ਪੜੋ ਜੀ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ, ਇੱਕ ਓੰਕਾਰ ਸਤਿਨਾਮ।
ਕਰਤਾ ਪੁਰਖ ਨਿਰਭਉ ਨਿਰਵੈਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੇ ਸਚ ਨਾਨਕ ਹੋਸੀ ਸਚ ਜਪ ਆਦ ਸਚ ਜੁਗਾਦ ਸਚ ਹੈ ਵੇ ਸਚ ਨਾਨਕ ਹੋਸੀ ਸਚ ਹੈ ਵੇ ਸਚ ਨਾਨਕ ਹੋਸੀ ਸਚ ਹੈ ਵੇ ਸਚ ਨਾਨਕ ਹੋਸੀ ਸਚ। ਗੁਰੂ ਰੂਪ ਸਾਧ ਸੰਗਤ, ਆ ਇੱਕ ਓਂਕਾਰ ਦੇ ਦਰਸ਼ਨ ਕਰੋ। ਇਹ ਦੋ ਸਰੂਪ ਹਨ, ਇੱਕ ਮਾਲਕ ਦਾ ਤੇ ਦੂਜੀ ਸ੍ਰਿਸ਼ਟੀ ਦਾ। ਧਿਆਨ ਰੱਖਣਾ, ਇਹ ਦੋ ਸਰੂਪ ਨੇ, ਇੱਕ ਮਾਲਕ ਦੇ ਨਿਰਗੁਣ ਸਰੂਪ ਤੇ ਸਰਗੁਣ ਸਰੂਪ। ਜੋ ਇੱਕ ਸ਼ਬਦ ਹੈ, ਇਹਨਾਂ ਦੇ ਸਰੂਪਾਂ ਦਾ ਅਰਥ ਵਿਚਾਰਿਓ। ਸੰਸਾਰ ਦੇ ਵਿੱਚ ਰੱਬ ਹਮੇਸ਼ਾ ਹਰ ਯੁੱਗ ਵਿੱਚ ਇੱਕੋ ਹੀ ਹੋਇਆ, ਬਦਲਦਾ ਨਹੀਂ ਹੈ। ਧਿਆਨ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਧਿਆਨ ਰੱਖਣਾ, ਮੋਜ਼ਸ ਨੂੰ ਵੀ ਕਹਿੰਦੇ ਰੱਬ ਨੇ 10 ਕਮਾਂਡਮੈਂਟਸ ਦਿੱਤੇ ਸੀ। ਧਿਆਨ ਰੱਖਣਾ, ਨਾਨਕ ਸੱਚੇ ਪਾਤਸ਼ਾਹ ਨੂੰ ਵੀ 10 ਕਮਾਂਡਮੈਂਟਸ ਮਿਲੇ। ਧਿਆਨ ਰੱਖਿਓ, ਆ ਪਹਿਲਾ ਦੋ ਸਰੂਪ ਨੇ, ਇੱਕ ਓਂਕਾਰ, ਇੱਕ ਰੱਬ ਦਾ ਸਰੂਪ ਹੈ, ਬਾਕੀ ਜਿਹੜਾ ਓਂਕਾਰ ਸਰੂਪ ਹੈ ਇਹ ਜਗਤ ਦਾ ਤਿੰਨੋਂ ਗੁਣਾਂ ਦੀ ਛਤਰ ਛਾਇਆ ਜੋ ਹਮੇਸ਼ਾ ਵਰਤਦੀ ਹੈ। ਤ੍ਰੈ ਗੁਣ ਵਰਤੇ ਸਗਲ ਸੰਸਾਰ, ਜਿਤਨਾ ਸੰਸਾਰ ਹੈ ਇਹ ਤਿੰਨੋਂ ਗੁਣਾਂ ਵਿੱਚ ਵਰਤਦਾ ਹੈ। ਇਹਦਾ ਅਰਥ ਸਮਝਿਓ ਥੋੜ੍ਹਾ ਜਿਹਾ, ਕਿ ਜੀਵਨ ਦੇ ਵਿੱਚ ਇੱਕ ਦਾ ਅਰਥ ਕਰਿਓ, ਭਾਈ ਗੁਰਦਾਸ ਜੀ ਨੂੰ ਮੂਹਰੇ ਰੱਖ ਲਿਓ। ਏਕਾ ਏਕੰਕਾਰ ਲਿਖ ਦਿਖਾ ਲਿਆ, ਊੜਾ ਓਂਕਾਰ ਪਾਸ ਬਹਾਲਿਆ। ਇੱਕ ਦਾ ਅਰਥ ਹੈ ਏਕੰਕਾਰ, ਏਕੰਕਾਰ ਏਕਾਂਗ ਲਿਖ, ਊੜਾ ਓਂਕਾਰ ਲਿਖਾਇਆ। ਧਿਆਨ ਰੱਖਿਓ, ਇੱਕ ਦਾ ਹੀ ਸਰੂਪ ਜੋ ਹਰ ਕੰਨ ਦੇ ਵਿੱਚ ਵਸਦਾ ਹੈ, ਤੇ ਜਿਸ ਕੰਨ ਦੇ ਨਾਲ ਇੱਕ ਰੱਬ ਆਪ ਜੀਵਨ ਦਿੰਦਾ ਹੈ ਕੰਨ ਨੂੰ, ਤੇ ਕੰਨ ਦੀ ਕਿਰਿਆ ਫਿਰ ਰੱਬ ਆਪ ਕਰਦਾ ਹੈ। ਤੇ ਜਦੋਂ ਤੱਕ ਉਹਦੀ ਸ੍ਰਿਸ਼ਟੀ ਦੀ ਕਿਰਿਆ ਪੂਰੀ ਨਹੀਂ ਹੁੰਦੀ, ਰੱਬ ਆਪ ਉਹਦੀ ਰੱਖਿਆ ਰੱਖਦਾ ਹੈ। ਇਹ ਗੱਲ ਯਾਦ ਰੱਖਣਾ, ਹਰ ਕੰਨ ਵਿੱਚ, ਹਰ ਪਾਰਟੀਕਲ ਵਿੱਚ, ਹਰ ਜ਼ਰੇ ਵਿੱਚ ਇਹ ਸਮਝਣਾ ਬਹੁਤ ਜ਼ਰੂਰੀ ਹੈ। ਜੇ ਕਿਤੇ ਇਹ ਗੱਲ ਸਮਝ ਆ ਜਾਏ, ਬੰਦਾ ਆਪਣੇ ਆਪ ਨੂੰ ਕਦੇ ਭੁੱਲ ਕੇ ਨਾ ਜਨਾਵੇ। ਜਿਹੜਾ ਸੰਸਾਰ ਦਾ ਮਨੁੱਖ ਹੈ, ਜਿਹੜਾ ਕਹਿੰਦਾ ਨਾ ਮੈਂ ਕਰਦਾ, ਉਹ ਗੱਲ ਭੁੱਲ ਜਾਏ, ਉਹਨੂੰ ਗਿਆਨ ਹੋ ਜਾਏ ਕਿ ਰੱਬ ਕਰਦਾ, ਬੰਦਾ ਨਹੀਂ ਕੁਝ ਕਰ ਸਕਦਾ। ਯਾਦ ਰੱਖਣਾ, ਜੋ ਕੁਛ ਕਰੇ ਸੋ ਆਪੇ ਸੁਆਮੀ, ਜੋ ਕੁਛ ਕਰੇ ਸੋ ਆਪੇ ਸੁਆਮੀ। ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਜਿਸ ਦਿਨ ਸਿੱਖਾਂ ਨੂੰ ਇਹ ਗੱਲ ਸਮਝ ਆਏਗੀ ਨਾ ਜੀ, ਇੱਕ ਓਂਕਾਰ ਦਾ ਅਰਥ ਸਮਝ ਆ ਜਾਏਗਾ, ਸਿੱਖ ਭੁੱਲ ਕੇ ਨਹੀਂ ਕਿਸੇ ਨੂੰ ਕਹੇਗਾ ਮੈਂ ਕੁਝ ਕੀਤਾ ਹੈ। ਧਿਆਨ ਰੱਖਣਾ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸਕੋ ਸੁਖ ਨਹੀਂ ਕੋਏ। ਜਬ ਇਹ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਕਿ ਦੁਨੀਆ ਦੇ ਵਿੱਚ ਬੰਦਾ ਤਾਂ ਜਨਮ ਤੇ ਮਰਨ ਵਿੱਚ ਆਉਂਦਾ ਜਾਂਦਾ ਹੈ, ਕਿਉਂਕਿ ਬੰਦਾ ਇਹ ਕਹਿ ਬੈਠਦਾ ਭੁੱਲ ਕੇ ਮੈਂ ਕੀਤਾ, ਮੈਂ ਘਰ ਬਣਾਇਆ, ਮੈਂ ਬੱਚੇ ਪੈਦਾ ਕੀਤੇ, ਮੈਂ ਪਾਲੇ, ਮੈਂ ਨੌਕਰੀ ਕਰਕੇ ਆਇਆ, ਮੈਂ ਇੱਕ ਗੱਡੀ ਚਲਾਉਣਾ, ਮੈਂ ਇਹ ਕੰਮ ਕਰਤਾ। ਆ ਜਿਹੜਾ ਬੋਲਦਾ ਨਾ ਬੰਦਾ, ਇਹਨੂੰ ਹਾਲੇ ਇੱਕ ਓਂਕਾਰ ਨਹੀਂ ਸਮਝ ਆਇਆ। ਜਿਸ ਦਿਨ ਸਮਝ ਆ ਜਾਏਗਾ, ਇਹ ਭੁੱਲ ਕੇ ਨਹੀਂ ਕਹੇਗਾ ਮੈਂ ਕੀਤਾ, ਇਹ ਕਹਿ ਸਕੇਗਾ ਕਿ ਜੋ ਕੁਛ ਕਰੇ ਸੋ ਆਪੇ ਸੁਆਮੀ। ਮੇਰੇ ਮਾਲਕ ਤੂੰ ਕਰਦਾ ਹੈ। ਤੇ ਬੰਦਾ ਫਿਰ ਘੱਟ ਬੈਠੇ ਰੱਬ ਦੀ ਭਗਤੀ ਕਰਦਾ ਹੈ। ਆਖੋ ਸਤਨਾਮ। ਹਾਲੇ ਆਪਣੀ ਭਗਤੀ ਕਰ ਰਿਹਾ, ਹਾਲੇ ਆਪਣੇ ਆਪ ਨੂੰ ਜਨਾ ਰਿਹਾ, ਹਾਲੇ ਆਪਣੇ ਕੀਤੇ ਦੇ ਵਿੱਚੋਂ ਰੱਬ ਦੇ ਕੀਤੇ ਨੂੰ ਭੁਲਾ ਕੇ ਮੈਂ ਕੀਤਾ ਕਹਿੰਦਾ। ਇਹ ਆਪਣੇ ਕੀਤੇ ਵਿੱਚੋਂ ਰੱਬ ਦਾ ਕੀਤਾ ਕਹਿ ਕੇ ਨਹੀਂ ਬੋਲ ਪਾ ਰਿਹਾ ਹੈ।
जे पाठ भी करता तो कहना जी मैं पाठ किया सी, कराया रब ने होना है ना। मैं पाठ किया, मैं गड्डी चलवाई रब ने है, चलाई मैं है, ध्यान रखना। मैं बच्चे पाले पलवाए रब ने है, मैं इत्थे बैठा तो रब ने बिठाया, आए कहंदा हाले, ध्यान रखना। हाले ये नहीं कहता कि रब बैठा तो मैं बैठा नहीं, जे वो ना बैठता तो मैं ना बैठता। आखो सतनाम। इस घर तक नहीं आ पा रहे है। इस घर तक आने वास्ते अद्धा अद्धा हिस्से ते ध्याना सीखो, अद्धे अद्धे हिस्से ते रब अपने विच वसदा है। ते एक कह दिओ पहला कि मालक बुलाया तू सी, आया मैं आ, कह दिओ हाले, फिर अगे भी चलिओ। जे तुसी पाठ कर रहे हो तो कहो मालक तू करा रहा तां मैं कर रहा, तू चला रहा तां मैं चल रहा, तू बिठाया तां मैं बैठा। इनू कहते ने अद्धे हिस्से ते ध्याना, उहनू कहते ने आराधना। आराधना का अर्थ समझते हो? अद्धे हिस्से ते ध्याना, फिर पूरे हिस्से ते आओ अगे। कहते जिस वेले तुसी ध्याउंदे हुंदे हो इस गल दे नाल कि जपाउंदा तू सी ते जपदा मैं सी, ते तुहानू जपदियां जपदियां पता लगेगा कि जोर रब दा सी, मेरा नहीं सी। आखो सतनाम। तू जपा रहा सी तां ही मैं जप रहा सी। जिस दिन जोर रब ते छड़ जाएगा सुरत, ते ख्याल करो फिर कहेगा जपदा भी तू सी ते जपाउंदा भी तू सी। आखो सतनाम। उस घर विच छेती तो छेती आओ, इस घर नूं छड्डिओ ना। नहीं तो अक्सर असी की करते हैं, अद्धे हिस्से ते ध्या के अपने ते मान रख लेने। नहीं रखना मान, ध्यान रखना। रब दे उत्ते जोर रख के बोलना, रब दे उत्ते पूरा पहरा रख के बोलना। भुल के नहीं कहना मैं बोलिया सी, नहीं बोलना। ये सब तो द बिगेस्ट सिन ऑन दिस अर्थ इज व्हेन द पर्सन ट्राइज टू से कि आई डिड इट। ये सब तो बड़ा संसार दे उत्ते हंकार दा चिन्ह है। इनू कहते ने पाप कमाना। पापदार समझते हैं जो झूठ बोलन लग जाए ना मन, रब दे कीते नू अपना कीता कहन लग जे, ते समझो दैट इज द बिगेस्ट सिन द ह्यूमन हैज क्रिएटेड ऑन दिस अर्थ, कमिटेड ऑन दिस अर्थ। ध्यान रखना। सो नेवर डू दैट मिस्टेक, नेवर डू दैट। अंडरस्टैंडिंग दे अंदर विच आओ कि भुल के ना कह दे मन मैं कुछ कीता। जब लग जाने मुझते कछ होए तब इसको सुख नहीं कोई। जब यह जाने मैं कुछ करता तब लग गर्भ जोन में फिरता। ਇਹਦਾ आवागमन खत्म होना चाहिए। मनुखा देही विच आउण तो बाद 84 ਲੱਖ जोन पाई, मानक को प्रभ दी वडियाई। इस पौड़ी ते जो नर चुकै सो आए जाए दुख पाइंदा। ध्यान रखना, आपां सिखर वाली पौड़ी ते आए हुए हैं, इस पौड़ी तो चुक ना जाओ। ध्यान रखना। तुसी स्नेक एंड लैडर्स देखी, एक खेड किसी साधु ने बनाई हुई है। उत्ते 99 तो स्नेक उन्होंने डंग मारदा थले आ जाता ना, जिमें आए अखीर वेले भी जे साडा मन कुछ कह देगा मैं कुछ किया तो समझो डंग बज गया, तो फिर जन्म होएगा। आखो सतनाम। मनमुखा नूं फिर जन्म है, नानक हर पाए। इस तो बचो। महाराज कहते एक दुख राम राय काटो मेरा, अगन दहे और गर्भ वसेरा। मेरा जीवन च मुड़ के जन्म ना होवे, ये शरीर फुके ना। ध्यान रखना। इस जन्म दे विच ही जे तुहाडी सुरत बहुत पैरे विच रही, तुसी शरीर नूं भी गुरु नानक पातशाह वांगू, पंचम पातशाह वांगू, दसम पातशाह वांगू इस शरीर नूं भी नाल लैके जाण दी समर्था रखदे हो। इतनी ताकत है। तुसी कदे फॉर्मूला पढ़िया E = mc square? When the matter is made to travel square the speed of light, it converts into energy. ध्यान रखियो। दास तुहानू इसे मूल मंत्र दे उत्ते विचार दसेगा कि जीवन दे विच जे तुसी एक ओंकार दे अर्थ पहरा दे के जीवन च समझा लिया मन नू, इहदे एक ओंकार अर्थ करियो। एकम एकंकार प्रभ करो बंधना ध्याए। एक श्री गुरु ग्रंथ साहिब जी की बाणी है। सच्चे पातशाह कहते जलथल महियल पूरिया, स्वामी सिरजनहार अनक भांत होए पसरिया, नानक एक ओंकार। एक ओंकार नहीं बोल रहे हाले आपां, ध्यान रखना। पहला एक ओंकार बोलना सीखो, फिर ओंकार बोलांगे तो कट्ठे बोलांगे तो कार दोनों की इको होने के कारण असीं एक ओंकार बोलते हैं। ध्यान रखियो। इस शब्द ते पहरा देना। महाराज कहते आप सत किया सब सत, तिस प्रभ ते सगली उत्पत,
ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕ ਓੰਕਾਰ, ਏਕ ਓੰਕਾਰ। ਏਕਾ ਜਿਹੜਾ ਹਰ ਕੰਨ ਵਿੱਚ, ਜਦੋਂ ਤੱਕ ਉਸ ਕੰਨ ਦੀ ਕਿਰਿਆ ਪੂਰੀ ਨਹੀਂ ਹੁੰਦੀ ਉਹ ਆਪ ਰੱਖਿਆ ਰੱਖਦਾ ਹੈ, ਜਿਸ ਵੇਲੇ ਉਹਦੀ ਕਿਰਿਆ ਪੂਰੀ ਹੋ ਜਾਂਦੀ ਉਹਨੂੰ ਲੈ ਕਰ ਦਿੰਦਾ ਹੈ। ਐਸਾ ਰੱਬ ਹੈ ਆਪਣਾ। ਆ ਜਿਹੜੇ ਆਪਾਂ ਸਰੀਰ 'ਚ ਬੈਠੇ ਆ ਨਾ ਜੀ, ਇਹਦੇ ਸਰੀਰ ਦਾ ਇੱਕ ਇੱਕ ਸੈੱਲ ਰੱਬ ਪੈਦਾ ਕਰ ਰਿਹਾ ਹੈ। ਤੁਸੀਂ ਖਿਆਲ ਕਰਿਓ, ਤੁਸੀਂ ਕੋਈ ਪੈਦਾ ਕੀਤਾ, ਤੁਹਾਨੂੰ ਆਉਂਦਾ ਹੈ ਕੋਈ ਇੱਕ ਸੈੱਲ ਬਣਾਉਣਾ? ਨਹੀਂ ਆਉਂਦਾ। ਤੁਸੀਂ ਕੋਈ ਅੱਜ ਤੱਕ ਨਰਵਸ ਸਿਸਟਮ ਬਣਾ ਸਕਦੇ ਹੋ? ਤੁਸੀਂ ਖੂਨ ਦੀ ਬੂੰਦ ਨਹੀਂ ਬਣਾ ਸਕਦੇ। ਧਿਆਨ ਰੱਖਣਾ, ਉਹ ਸਭ ਕੁਝ ਰੱਬ ਕਰਦਾ ਹੈ, ਆਪਣੇ ਅੰਦਰੋਂ ਕਰਦਾ ਹੈ। ਜਿਹੜਾ ਅੰਦਰ ਸਭ ਕੁਝ ਕਰ ਸਕਦਾ ਹੈ ਉਹ ਬਾਹਰ ਕਰਨ ਦੀ ਵੀ ਸਮਰੱਥਾ ਰੱਖਦਾ ਹੈ। ਆਖੋ ਸਤਨਾਮ। ਧਿਆਨ ਰੱਖਿਓ, ਜੋ ਤੁਹਾਡੇ ਸਰੀਰ ਤੋਂ ਬਾਹਰ ਹੋਊਗਾ ਕਦੇ ਭੁੱਲ ਕੇ ਨਹੀਂ ਕਹਿਣਾ ਮੈਂ ਕਰਤਾ। ਯਾਦ ਰੱਖਣਾ, ਜਿਹੜਾ ਅੰਦਰ ਕਰਦਾ ਹੈ ਉਹ ਬਾਹਰ ਵੀ ਉਹਦਾ ਹੀ ਕੀਤਾ ਹੁੰਦਾ ਹੈ। ਆਖੋ ਸਤਨਾਮ। ਸੋ ਮਹਾਰਾਜ ਕਹਿੰਦੇ ਭਾਈ ਇੱਕ ਓੰਕਾਰ ਦੇ ਅਰਥ ਸੁਣਿਓ। ਕਹਿੰਦੇ ਏਕ ਓੰਕਾਰ ਦੇ ਸ਼ਬਦਾਂ ਦੇ ਦਰਸ਼ਨ ਕਰ ਲਿਓ। ਸਮੇਂ ਬਹੁਤ ਥੋੜ੍ਹਾ ਹੈ, ਹੁਣ ਆਪਾਂ ਆਓ ਓੰਕਾਰ ਤੇ। ਜਦੋਂ ਇਕੱਠੇ ਬੋਲੋ ਇੱਕ ਓੰਕਾਰ, ਧਿਆਨ ਰੱਖਣਾ। ਇਹਦਾ ਅਰਥ ਹੈ ਏਕ ਓੰਕਾਰ। ਹੁਣ ਇਹ ਤੋਂ ਤਿੰਨੋਂ ਗੁਣਾਂ ਦੀ ਸ੍ਰਿਸ਼ਟੀ ਦੀ ਰਚਨਾ ਰਚੀ ਜਾਣੀ ਹੈ। ਆ ਜਿਹੜਾ ਤੁਹਾਡਾ ਸਰੀਰ ਹੈ ਨਾ ਜੀ, ਇਹ ਸਾਰਾ ਸੰਸਾਰ ਦਾ, ਸ੍ਰਿਸ਼ਟੀ ਦਾ ਇੱਕ ਸੰਕਸ਼ਿਪਤ ਸਰੂਪ ਹੈ। ਤੁਹਾਡੇ ਬਾਡੀ ਦੇ ਵਿੱਚ ਸਾਰਾ ਬ੍ਰਹਿਮੰਡ ਦਾ ਇੱਕ ਸਰੂਪ ਹੈ। ਮਹਾਰਾਜ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੱਚੇ ਪਾਤਸ਼ਾਹ ਕਹਿੰਦੇ ਕਾਇਆ ਅੰਦਰ ਸਭ ਕੁਛ ਵਸੇ, ਖੰਡ ਮੰਡਲ ਪਾਤਾਲਾ। Your body is the miniature form of the whole cosmos, whole cosmos। ਧਿਆਨ ਰੱਖਣਾ। ਸੋ ਖਿਆਲ ਕਰਿਓ, ਤੁਸੀਂ ਇੱਕ ਰੱਬ ਨੂੰ ਜਿਸ ਵੇਲੇ ਆਪਣੇ ਅੰਦਰ ਦੇਖਦੇ ਹੋ ਤੁਹਾਨੂੰ ਸ੍ਰਿਸ਼ਟੀ ਵਿੱਚ ਦੇਖਣ ਲੱਗ ਜਾਏ। ਜਦੋਂ ਤੁਸੀਂ ਇੱਕ ਰੱਬ ਦਾ ਜ਼ਿਕਰ ਕਰ ਰਹੇ ਹੋ, ਤੁਹਾਡੇ ਪਰਿਵਾਰ ਵਿੱਚ, ਤੁਹਾਡੇ ਸੰਸਾਰ ਦੇ ਵਿੱਚ, ਤੁਹਾਡੇ ਇਸ ਸੌਰਯ ਮੰਡਲ ਵਿੱਚ, ਤੁਹਾਡੇ ਇਸ ਬ੍ਰਹਿਮੰਡ ਵਿੱਚ, ਤੁਹਾਡੀ ਇਸ ਸ੍ਰਿਸ਼ਟੀ ਵਿੱਚ ਜਦੋਂ ਇੱਕ ਕਹੋ ਤੇ ਗੂੰਜ ਉੱਥੇ ਤੱਕ ਜਾਵੇ। ਆਖੋ ਸਤਨਾਮ। ਆਏ ਤੁਹਾਡੇ ਮੂਲ ਮੰਤਰ ਸਾਹਿਬ ਜੀ ਦਾ ਸਰੂਪ ਹੈ। ਜਦੋਂ ਤੁਸੀਂ ਇੱਕ ਓੰਕਾਰ ਕਹਿ ਰਹੇ ਹੋ, ਤੁਸੀਂ ਇੱਕ ਮਾਲਕ ਜੋ ਸਾਰੀ ਸ੍ਰਿਸ਼ਟੀ, ਜੋ ਤਿੰਨੋਂ ਗੁਣਾਂ ਵਿੱਚ ਵਰਤ ਰਹੀ ਹੈ, ਤਿੰਨੋਂ ਕਾਲਾਂ ਤੋਂ ਵਰਤ ਰਹੀ ਹੈ, ਉਹਦੀ ਉਹ ਛਤਰ ਛਾਇਆ ਨਿਰੰਤਰ ਰੱਬ ਆਪ ਰੱਖ ਰਿਹਾ ਹੈ। ਕੋਈ ਬੰਦਾ ਨਹੀਂ ਚਲਾ ਰਿਹਾ ਸ੍ਰਿਸ਼ਟੀ ਨੂੰ, ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਹੀਂ ਚਲਾ ਰਿਹਾ। ਇਹ ਰੱਬ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਇਹ ਹੀ ਚਲਾ ਰਿਹਾ ਹੈ। ਆਖੋ ਸਤਨਾਮ। ਜੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਯਾਦ ਰੱਖਿਓ, ਜੋ ਤੁਹਾਡੇ ਵਿੱਚ ਰੱਬ ਹੈ ਇਤਨਾ ਪਾਵਰਫੁਲ ਹੈ, ਇਤਨਾ ਤਾਕਤਵਰ ਹੈ, ਇਤਨਾ ਆਲਮਾਈਟੀ ਹੈ, ਇਤਨੀ ਉਸ ਦੀ ਤਾਕਤ ਹੈ, ਸਮਰੱਥਾ ਹੈ ਕਿ ਉਹ ਤੁਹਾਨੂੰ ਨਾਲ ਨਾਲ ਸਾਰੀ ਸ੍ਰਿਸ਼ਟੀ ਨੂੰ ਐਸ ਵੇਲੇ ਚਲਾ ਰਿਹਾ ਹੈ। ਆਖੋ ਸਤਨਾਮ। ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ। ਯਾਦ ਰੱਖਿਓ। ਸੋ ਤਿੰਨ ਗੁਣਾਂ ਦੇ ਉੱਤੇ ਛਤਰ ਛਾਇਆ ਰੱਬ ਦੀ ਹੈ। ਇਹ ਤਿੰਨੋਂ ਗੁਣਾਂ ਵਿੱਚ ਸੰਸਾਰ ਵਰਤ ਰਿਹਾ ਹੈ। ਇਹਦਾ ਸਰੂਪ ਮਹਾਰਾਜ ਨੇ ਸਰੂਪ ਤੁਹਾਡੇ ਮੂਹਰੇ ਸ਼ਬਦ ਰੱਖ ਰਹੇ ਹੈ। ਇਹ ਰਜੋ ਤਮੋ ਸਤੋ, ਇਹ ਤਿੰਨੋਂ ਗੁਣ ਜਿਹਨੂੰ ਤੁਹਾਡਾ ਕਹਿੰਦੇ ਨੇ ਮੈਂਟਲ, ਤੁਹਾਡਾ ਡਾਈਜੈਸਟਿਵ ਸਿਸਟਮ, ਤੁਹਾਡਾ ਰਿਪਰੋਡਕਟਿਵ ਸਿਸਟਮ, ਇਹ ਤਿੰਨੋਂ ਸਿਸਟਮ ਜੇ ਸੰਸਾਰ ਦੇ ਵਿੱਚ ਨਾ ਹੋਣ ਉਹ ਕ੍ਰੀਏਸ਼ਨ ਵਿੱਚ ਨਹੀਂ ਮੂਵ ਕਰ ਸਕਦੇ। ਧਿਆਨ ਰੱਖਣਾ। ਐਵਰੀਥਿੰਗ ਹੈਜ਼ ਟੂ ਹੈਵ ਅ ਇੰਟੈਲੀਜੈਂਸ। ਧਿਆਨ ਰੱਖਣਾ, ਉਹਦਾ ਇੰਟੈਲੈਕਟ ਹੋਣਾ ਚਾਹੀਦਾ ਹੈ, ਉਹਦੇ ਕੋਲ ਐਨਰਜੀ ਰਿਸੀਵ ਕਰਕੇ ਡਿਸਟ੍ਰੀਬਿਊਟ ਕਰਨ ਦੀ ਤਾਕਤ ਹੋਣੀ ਚਾਹੀਦੀ ਹੈ, ਜਿਹਨੂੰ ਆਪਾਂ ਨਾਭੀ ਕਹਿੰਦੇ ਆ। ਕਹਿੰਦੇ ਉਹਦੇ ਵਿੱਚ ਗੁਪਤ ਅੰਗ ਹੁੰਦੇ ਨੇ ਜਿਹਤੋਂ ਰਿਪਰੋਡਕਸ਼ਨ ਹੁੰਦੀ ਹੈ। ਜੇ ਰਿਪਰੋਡਕਸ਼ਨ ਨਾ ਹੋਵੇ ਉਹ ਕ੍ਰੀਏਸ਼ਨ ਵਿੱਚ ਮੂਵ ਨਹੀਂ ਕਰ ਸਕਦਾ। ਧਿਆਨ ਰੱਖਣਾ। ਐਵਰੀਥਿੰਗ ਹੈਜ਼ ਟੂ ਮੂਵ ਇਨ ਦਿਸ ਥ੍ਰੀ ਫਾਰਮਸ। ਤਿੰਨੋਂ ਗੁਣਾਂ ਵਿੱਚ ਸਾਰੀ ਸ੍ਰਿਸ਼ਟੀ ਵਰਤ ਰਹੀ ਹੈ। ਐਸੇ ਰੱਬ ਦਾ ਨਾਮ ਹਮੇਸ਼ਾ ਜਪਣਾ ਹੈ। ਐਸੇ ਰੱਬ ਨੂੰ ਜੀਵਨ ਦੇ ਵਿੱਚ ਕਹਿਣਾ ਕਿ ਸਤਨਾਮ। ਕੀ ਕਹਿਣਾ ਜੀ? ਸਤਨਾਮ। ਸਤਨਾਮ ਦਾ ਅਰਥ ਸੁਣਿਓ। ਸਤਨਾਮ ਦਾ ਅਰਥ ਹੈ ਕਿ ਜੀਵਨ ਜਿੱਥੇ ਸਤ ਲਿਖਿਆ ਹਮੇਸ਼ਾ ਰਹਿਣ ਵਾਲਾ ਉਸ ਰੱਬ ਦਾ ਨਾਮ। ਆਪਾਂ ਨੇ ਹਮੇਸ਼ਾ ਉਸ ਰੱਬ ਦਾ ਨਾਮ ਜਪਣਾ ਹੈ। ਇਹ ਜੇ ਇੱਕ ਤਿਲ ਵੀ ਰੱਬ ਵਿਸਰ ਜੇਗਾ ਜੀਵਨ 'ਚ ਦੁੱਖ ਆਏਗਾ, ਸੁੱਖ ਚਲੇ ਜਾਣਗੇ। ਇੱਕ ਤਿਲ ਪਿਆਰਾ ਵਿਸਰੈ, ਦੁੱਖ ਲਾਗੇ ਸੁੱਖ ਜਾਏ। ਧਿਆਨ ਰੱਖਣਾ। ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਆਪਾਂ ਨੇ ਹਮੇਸ਼ਾ 8 ਪਹਿਰ ਜਪਣਾ ਹੈ। ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸਾਡੀ ਬਿਰਤੀ ਐਸੀ ਅੰਡਰਸਟੈਂਡਿੰਗ ਦੇ ਵਿੱਚ ਜਿਸ ਵੇਲੇ ਪ੍ਰੀਵੇਲ ਕਰਦੀ ਹੈ, ਮਨ ਫਿਰ ਉਸ ਤੋਂ ਸਹਾਰਾ
ਲਏ ਬਿਨਾਂ ਅੱਗੇ ਨਹੀਂ ਵੱਧ ਸਕਦਾ। ਆਖੋ ਸਤਨਾਮ। ਕੋਈ ਜੀਵ ਉਸ ਤੋਂ ਜੀਵਨ ਦੇ ਵਿੱਚ ਰਸਤਾ ਛੱਡ ਕੇ ਕੋਈ ਦੂਜੇ ਰਸਤੇ ਨਹੀਂ ਪੈ ਸਕਦਾ। ਖਿਆਲ ਕਰਿਓ। ਸੋ ਸਤਨਾਮ ਦਾ ਅਰਥ ਹੈ ਹਮੇਸ਼ਾ ਰਹਿਣ ਵਾਲਾ ਰੱਬ ਦਾ ਨਾਮ। ਯਾਦ ਰੱਖਿਓ। ਸੋ ਜਿੱਥੇ ਸਤ ਲਿਖਣਾ ਉੱਥੇ ਸਤ ਲਿਖਿਆ ਮਹਾਰਾਜ ਨੇ, ਜਿੱਥੇ ਸੱਚ ਲਿਖਣਾ ਉੱਥੇ ਸੱਚ ਲਿਖਿਆ ਹੈ। ਸਤ 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 ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਿਖਿਆਨੀ, ਸੱਚ 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 ਸਭ ਕੀਨਾ, ਕੋਟ ਮਦੇ ਕਿਨੇ ਵਿਰਲੇ ਚੀਨਾ। ਜਿੱਥੇ ਸੱਚ ਲਿਖਣਾ ਹੈ ਉਹਦਾ ਅਰਥ ਹੈ ਕਿ ਬੋਲੋ ਸੱਚ ਨਾਮ ਕਰਤਾਰ। ਉੱਥੇ ਸੱਚ ਬੋਲਿਆ, ਉੱਥੇ ਸਤ ਨਹੀਂ ਲਿਖਿਆ। ਧਿਆਨ ਰੱਖਣਾ। ਸਤ ਦਾ ਅਰਥ ਹੈ ਹਮੇਸ਼ਾ ਰਹਿਣ ਵਾਲਾ। ਨਹੀਂ ਤਾਂ ਲੋਕ ਅਕਸਰ ਸਤ ਦਾ ਨਾਮ ਅਰਥ ਸੱਚ ਨਾਮ ਕਰ ਦਿੰਦੇ ਨੇ। ਐਸਾ ਨਹੀਂ ਕਰਨਾ ਜੀ। ਧਿਆਨ ਰੱਖਣਾ। ਜੋ ਸ਼ਬਦ ਲਿਖੇ ਨੇ ਉਹਦੇ ਅਰਥ ਵਿਚਾਰਿਓ। ਸੋ ਐਸੇ ਸੱਚੇ ਪਾਤਸ਼ਾਹ ਨੇ ਨਾ ਜੀਵਨ ਦੀ ਅਵਸਥਾ ਸਾਨੂੰ ਵਰਤਾਈ ਹੈ। ਹੁਣ ਨਾਮ ਦੇ ਅਰਥ ਕਰਿਓ। ਜਿਹੜਾ ਤੁਹਾਡਾ ਨਾਮ ਹੈ ਉਹ ਰੱਬ ਦਾ ਨਾਮ ਬਣ ਜਾਏ। ਜਿਹੜਾ ਤੁਹਾਡਾ ਨਾਮ ਰੱਖਿਆ ਨਾ ਸੰਗਤ ਨੇ, ਗੁਰੂ ਮਹਾਰਾਜ ਨੇ, ਉਹ ਨਾਮ ਤੁਹਾਡਾ ਨਹੀਂ ਹੈ। ਤੁਹਾਨੂੰ ਇਸ ਵਾਸਤੇ ਬੁਲਾਉਂਦੇ ਨੇ ਲੋਕ ਕਿ ਤੁਸੀਂ ਅੱਛਾ ਕੰਮ ਕਰਦੇ ਹੋ, ਅਤੇ ਉਹ ਜਿਹੜਾ ਅੱਛਾ ਕੰਮ ਕਰਦਾ ਆਪਣੇ ਵਿੱਚੋਂ ਰੱਬ ਕਰਦਾ ਹੁੰਦਾ। ਸਾਚੇ ਸਾਹਿਬ ਸਭ ਗੁਣ ਔਗਣ ਸਭ ਸਾਹਾ। ਜੇ ਆਪਾਂ ਮਾੜੇ ਕੰਮ ਕਰੀਏ ਤਾਂ ਲੋਕ ਸਾਨੂੰ ਬੁਲਾਵੇ ਹੀ ਨਾ, ਮਾਂ ਨਾ ਬੁਲਾਵੇ ਆਪਾਂ ਨੂੰ। ਧਿਆਨ ਰੱਖਣਾ। ਆਪਾਂ ਨੂੰ ਕੋਈ ਨਾ ਬੁਲਾਵੇ। ਜੇ ਕੋਈ ਸੱਦ ਰਿਹਾ ਉਹ ਅੱਛੇ ਕੰਮ ਕਰਨ ਵਾਲਾ ਜੋ ਸਾਡੇ ਵਿੱਚੋਂ ਵਰਤ ਰਿਹਾ ਉਹਦਾ ਨਾਮ ਲੈ ਕੇ ਸੱਦ ਰਿਹਾ, ਅਤੇ ਉਹ ਨਾਮ ਅਸੀਂ ਆਪਣਾ ਨਾਮ ਸਮਝੀ ਬੈਠੇ ਹਾਂ। ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਆਖੋ ਸਤਨਾਮ। ਜਿਹੜਾ ਤੁਹਾਡਾ ਨਾਮ ਹੈ, ਕੋਈ ਨਾਮ ਲਵੇ ਨਾ ਤੁਹਾਡਾ, ਤੁਹਾਨੂੰ ਕਹੇ ਜੀ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ, ਇਮੀਡੀਏਟਲੀ ਟੈਲ ਦੈਮ ਕਿ ਮੇਰੇ ਮਾਲਕ ਦੀ ਕਿਰਪਾ ਹੈ ਜੀ, ਮੈਂ ਨਹੀਂ ਕਰ ਸਕਦਾ ਸੀ। ਆਖੋ ਸਤਨਾਮ। ਇਮੀਡੀਏਟਲੀ ਟੈਲ ਦੈਮ। ਮਹਾਰਾਜ ਕਹਿੰਦੇ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ। ਜਦੋਂ ਲੋਕ ਆਪਣੀ ਇਸਤਤ ਕਰਨ ਨਾ ਕਿ ਤੁਸੀਂ ਭੈਣ ਜੀ ਬਹੁਤ ਚੰਗੇ ਹੋ, ਤੁਸੀਂ ਬਹੁਤ ਅੱਛਾ ਕੰਮ ਕੀਤਾ, ਤੁਸੀਂ ਭਾਈ ਸਾਹਿਬ ਬਹੁਤ ਅੱਛੇ ਕੰਮ ਕਰਦੇ ਹੋ, ਇਮੀਡੀਏਟਲੀ ਪਾਸ ਔਨ ਦੈਟ ਪ੍ਰੇਜ਼ ਟੂ ਯਰ ਗॉड। ਡੋਂਟ ਹੈਂਗ ਇਟ ਔਨ। ਧਿਆਨ ਰੱਖਣਾ। ਕਦੇ ਨਾ ਕਹੋ ਮੈਂ ਕੀਤਾ ਸੀ। ਔਖੇ ਆਪਣੇ ਆਪ ਨੂੰ ਫੁਲਾ ਕੇ ਨਾ ਦਿਖਾ ਦਿਓ। ਉਸੇ ਵੇਲੇ ਡਿੱਗ ਪਵੋਗੇ। ਆਖੋ ਸਤਨਾਮ। ਉਸੇ ਵੇਲੇ ਡਿੱਗ ਪਵੋਗੇ। ਦੈਟ ਇਜ਼ ਦ ਬਿਊਟੀ ਆਫ ਮੂਲ ਮੰਤਰ ਸਾਹਿਬ। ਕਹਿੰਦੇ ਅਸੀਂ ਐਸੀ ਅਵਸਥਾ ਨੂੰ ਕਹਿੰਦੇ ਹਾਂ ਕਿ ਮੇਰੇ ਮਾਲਕ ਸਤਨਾਮ, ਤੇਰਾ ਨਾਮ ਹਮੇਸ਼ਾ ਮੇਰੇ ਮਨ 'ਚ ਰਹੇ। ਕਹਿੰਦੇ ਨਿਰਾਕਾਰ ਦਾ ਧਿਆਨ ਆ ਜਾਏ ਮਾਇਆ ਵਿੱਚ ਵਿਚਰਦਿਆਂ ਹੋਇਆ। ਇਹਨੂੰ ਪੁੱਠਾ ਕਰ ਦਿਓ, ਮਾਨ ਬਣ ਜਾਂਦਾ ਹੈ। ਮਾਨ ਦਾ ਅਰਥ ਹੈ ਕਹਿੰਦੇ ਮਾਇਆ ਦਾ ਧਿਆਨ ਆ ਜਾਏ ਨਿਰਾਕਾਰ ਵਿੱਚ ਵਿਚਰਦਿਆਂ ਹੋਇਆ। ਸੋ ਮਹਾਰਾਜ ਕਹਿੰਦੇ ਭਾਈ ਰੱਬ ਦਾ ਨਾਮ ਜਪਿਓ, ਆਪਣਾ ਨਾਮ ਨਹੀਂ ਜਪਾਉਣਾ, ਆਪਣੀ ਫੋਟੋਆਂ ਨਹੀਂ ਦੇਣੀਆਂ ਕਿਸੇ ਨੂੰ, ਆਪਣੇ ਨਾਲ ਕਿਸੇ ਨੂੰ ਨਹੀਂ ਜੋੜਨਾ। ਜਦੋਂ ਮਹਾਰਾਜ ਨੇ ਜੋੜਿਆ ਤੇ ਰੱਬ ਨਾਲ ਜੋੜਿਆ, ਆਪਣੀ ਫੋਟੋ ਨਹੀਂ ਕਿਸੇ ਨੂੰ ਦਿੱਤੀ ਮਹਾਰਾਜ ਨੇ। ਆਖੋ ਸਤਨਾਮ। ਇਹ ਨਹੀਂ ਕਿਹਾ ਕਿ ਮੇਰੀ ਫੋਟੋ ਲਓ, ਮੇਰਾ ਧਿਆਨ ਧਰਿਓ ਤੇ ਤੁਹਾਡੀ ਜੀਵ ਮਾਤਰਾ ਕਲਿਆਣ ਹੋ ਜਾਏਗਾ। ਨਹੀਂ ਕਿਹਾ ਮਹਾਰਾਜ। ਸੱਚੇ ਪਾਤਸ਼ਾਹ ਨੇ ਆਪ ਰੱਬ ਨਾਲ ਜੁੜੇ, ਰੱਬ ਵਰਗੇ ਹੋ ਕੇ, ਰੱਬ ਹੀ ਸਰੂਪ ਹੋ ਕੇ ਵਿਚਰੇ, ਪਰ ਆਪਣੇ ਆਪ ਨੂੰ ਭੁੱਲ ਕੇ ਨਹੀਂ ਜਨਾਇਆ। ਆਖੋ ਸਤਨਾਮ। ਇਸ ਤੇ ਪਹਿਰਾ ਦੇਣਾ ਜੀ। ਸੋ ਮਹਾਰਾਜ ਕਹਿੰਦੇ ਭਾਈ ਨਾਮ ਦਾ ਜੀਵਨ ਵਿੱਚ ਅਰਥ ਕਰਿਓ ਕਿ ਰੱਬ ਦਾ ਹੀ ਨਾਮ, ਮੈਨੂੰ ਰੱਬ ਦਾ ਜੋ ਦਿੱਤਾ ਹੋਇਆ ਹੈ ਇਹ ਨਾਮ ਮੇਰਾ ਨਹੀਂ, ਮੇਰੇ ਮਾਲਕ ਤੇਰਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਧਿਆਨ ਰੱਖਣਾ। ਸੋ ਫਿਰ ਕਰਤਾ, ਜਦੋਂ ਕਰਤਾ ਕਹੋ, ਕਰਤੇ ਦਾ ਅਰਥ ਹੈ ਕਿ ਰੱਬ ਹੀ ਕਰਤਾ ਹੈ। ਆਪਾਂ ਕਰਤਾ ਨਾ ਬਣ ਜਿਓ, ਕਿਸੇ ਚੀਜ਼ ਦਾ ਕਰਤਾ ਨਾ ਬਣ ਜਿਓ। ਜੀਵਨ ਵਿੱਚ ਜਦੋਂ ਤੁਹਾਨੂੰ ਪੁੱਛਣ ਜੀ ਇਹ ਘਰ ਕਿਹਨੇ ਬਣਾਇਆ, ਕਹਿੰਦਾ ਜੀ ਮੇਰੇ ਮਾਲਕ ਨੇ ਬਣਾਇਆ। ਆਖੋ ਸਤਨਾਮ। ਇਹ ਕੰਮ ਤੁਸੀਂ ਕੀਤਾ, ਕਹਿ ਦਿਓ ਉਹਨਾਂ ਨੂੰ, ਕਹਿੰਦੇ ਜੀ ਮਾਲਕ ਨੇ ਕਰਾਇਆ, ਮੈਂ ਨਹੀਂ ਕਰ ਸਕਦਾ ਸੀ। ਤੁਹਾਨੂੰ ਦੇਖਣਗੇ ਲੋਕ ਕਰਦਿਆਂ, ਪਰ ਤੁਹਾਡੇ ਵਿੱਚੋਂ ਰੱਬ ਵਿਚਰਦਿਆ ਹੋਇਆ ਦੇਖਣਾ ਚਾਹੀਦਾ। ਆਖੋ ਸਤਨਾਮ। ਸੋ ਖਿਆਲ ਕਰਿਓ ਰੱਬ ਸਭ ਦੇ ਵਿੱਚ ਵਰਤਦਾ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ। ਯਾਦ ਰੱਖਿਓ ਆਏ ਜੀਵਨ ਦੀ ਅਵਸਥਾ ਪੁਰਖ ਦੀ ਆਉਣੀ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਇਸ ਜਗਤ ਵਿੱਚ ਇੱਕੋ ਹੀ ਪੁਰਖ ਹੈ, ਉਹ ਤੁਹਾਡੇ ਵਿੱਚ ਵੀ ਹੈ, ਔਰਤ ਵਿੱਚ ਵੀ ਉਹੀ ਪੁਰਖ ਹੈ। ਤੂੰ ਘਟ ਘਟ ਅੰਤਰ, ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣ। ਧਿਆਨ ਰੱਖਣਾ। ਪੁਰਖ ਦਾ ਅਰਥ ਹੈ ਜੋ ਸਾਰੀ ਖਾਈਆਂ ਨੂੰ ਪੂਰੇ, ਜੋ ਸਾਰੀ ਕਮੀਆਂ ਨੂੰ ਪੂਰੇ, ਜੋ ਸਾਰੀ ਤੁਹਾਡੀ ਅਰਦਾਸਾਂ ਨੂੰ ਪੂਰਦਾ ਹੋਵੇ। ਉਹ ਇੱਕੋ ਹੀ ਪੁਰਖ ਹੈ ਜੋ ਸਾਰਿਆਂ ਵਿੱਚ ਵਰਤ ਰਿਹਾ ਹੈ। ਆਖੋ ਸਤਨਾਮ। ਜਦੋਂ ਅਸੀਂ ਅਰਦਾਸ ਕਰਨੀ ਹੈ, ਘੱਟ ਬੈਠੇ ਰੱਬ ਅੱਗੇ ਕਰਨੀ ਹੈ। ਧਿਆਨ ਰੱਖਣਾ।
ਜਦੋਂ ਆਪਾਂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ, ਮਹਾਰਾਜ ਨੂੰ ਸਾਖੀ ਕਰਕੇ ਬੋਲਦੇ ਹਾਂ, ਤੇ ਮਹਾਰਾਜ ਸਾਨੂੰ ਆਪਣੇ ਘਟ ਬੈਠੇ ਰੱਬ ਕੇ ਸਾਖੀ ਕਰਾਉਂਦਾ ਹੈ ਕਿ ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ। ਘਟ ਬੈਠੇ ਰੱਬ ਦਾ ਹੀ ਇਹ ਬਾਣੀ ਹੈ। ਘਟ ਬੈਠੇ ਰੱਬ ਨਾਲ ਜੋੜ ਕੇ ਅਸੀਂ ਆਪਣੇ ਆਪ ਨੂੰ ਜਨਾਉਣੋਂ ਛੱਡਦੇ ਹਾਂ ਤੇ ਰੱਬ ਦੇ ਵਿੱਚ ਸਮਾਉਂਦੇ ਹਾਂ। ਧਿਆਨ ਰੱਖਣਾ। ਸੋ ਸਤ ਕਰਕੇ ਜਾਣਿਓ ਇੱਕੋ ਹੀ ਇੱਕ ਪੁਰਖ ਵਸਦਾ ਹੈ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ। ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰ। ਐਸਾ ਹੀ ਮਾਲਕ ਸਿਰਜਣਹਾਰ ਹੈ, ਤੁਹਾਨੂੰ ਵੀ ਸਿਰਜ ਰਿਹਾ ਹੈ, ਇਸ ਸੰਸਾਰ ਨੂੰ ਵੀ ਉਹੀ ਸਿਰਜ ਰਿਹਾ ਹੈ। ਐਸੀ ਫੇਤ ਐਸੀ ਨਿਗਾਹ ਪੈਦਾ ਕਰੋ। ਮਹਾਰਾਜ ਕਹਿੰਦੇ ਹਨ ਭਾਈ, ਜਦੋਂ ਐਸੀ ਅਵਸਥਾ ਵਿੱਚ ਜੀਵ ਰੂਪੀ ਇਸਤਰੀ ਆਉਂਦੀ ਹੈ, ਕਹਿੰਦੇ ਨਿਰਭਉ ਹੋ ਜਾਂਦੀ ਹੈ, ਕਿਉਂਕਿ ਨਿਰਭਉ ਰੱਬ ਆਪ ਹੁੰਦਾ ਹੈ। ਕਹਿੰਦੇ ਐਸਾ ਜੋ ਕਿਸੇ ਤੋਂ ਡਰਦਾ ਨਹੀਂ ਹੈ। ਜੇ ਮਨ ਡਰਦਾ ਹੈ ਤੇ ਸਮਝਣਾ ਹਾਲੇ ਰੱਬ ਨੂੰ ਦੂਰ ਸਮਝਦਾ ਹੈ। ਡਰ ਡਰ ਮਰਤੇ ਜਬ ਜਾਨੀਏ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਰੱਬ ਨੂੰ ਹਮੇਸ਼ਾ ਸਮਝ ਆਪਣੇ ਅੰਗ ਸੰਗ ਸਮਝਣਾ। ਧਿਆਨ ਰੱਖਣਾ, ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ। ਧਿਆਨ ਰੱਖਣਾ, ਇਹ ਜਿਹੜਾ ਡਰ ਆ ਰਿਹਾ ਹੈ ਨਾ, ਇਹ ਤਾਂ ਆ ਰਿਹਾ ਹੈ ਕਿ ਮਨ ਨੂੰ ਹਾਲੇ ਫੇਤ ਨਹੀਂ ਆਇਆ, ਮਨ ਨੂੰ ਹਾਲੇ ਟਰਸਟ ਨਹੀਂ ਆਇਆ, ਮਨ ਹਾਲੇ ਸ਼ਬਦ ਰਾਹੀਂ ਚੱਲਿਆ ਨਹੀਂ ਹੈ। ਘਟ ਬੈਠੇ ਰੱਬ ਦੇ ਉੱਤੇ ਫੇਤ ਨਹੀਂ ਕਰ ਰਿਹਾ। ਸੋ ਸਤ ਕਰਕੇ ਜਾਣਿਓ ਰੱਬ ਬਹੁਤ ਹੀ ਅਵਸਥਾ ਹੈ। ਆ ਦੇਖਿਓ, ਡਰ ਡਰ ਮਰਤੇ ਜਬ ਜਾਣੀਏ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਇਹ ਸੱਚੇ ਪਾਤਸ਼ਾਹ ਦੀ ਬਾਣੀ ਹੈ, ਆਪਾਂ ਨੇ ਪੜ੍ਹੀ ਨਹੀਂ ਹੈ, ਆਪਾਂ ਸਮਝ ਨਹੀਂ ਰਹੇ। ਸੋ ਮਹਾਰਾਜ ਦੀ ਬਾਣੀ ਦਾ ਸੰਕਸ਼ਿਪਤ ਸਰੂਪ ਤੁਹਾਨੂੰ ਆਪਾਂ ਦਰਸ਼ਨਿਕ ਪਾ ਰਹੇ ਹਾਂ। ਐਸਾ ਕਰਨ ਦੇ ਨਾਲ ਨਿਰਵੈਰਤਾ ਆਉਂਦੀ ਹੈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਜੇ ਮੇਰਾ ਰੱਬ ਸਭ ਦੇ ਨਾਲ ਹੈ, ਮੇਰਾ ਮਨ ਕਿਉਂ ਨਫ਼ਰਤ ਕਰਦਾ ਕਿਸੇ ਨਾਲ। ਧਿਆਨ ਰੱਖਣਾ, ਨਹੀਂ ਕਰੇ। ਸਭ ਨਾਲ ਪਿਆਰ ਕਰਿਓ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਧਿਆਨ ਰੱਖਿਓ, ਐਸੀ ਅਵਸਥਾ ਤੁਹਾਡੀ ਨਿਗਾਹ ਦੀ ਹੋਣੀ ਚਾਹੀਦੀ ਹੈ, ਤੁਹਾਡੇ ਕਰਮ ਦੀ ਹੋਣੀ ਚਾਹੀਦੀ ਹੈ। ਜਿਵੇਂ ਰੱਬ ਦੇਖਦਾ ਦੁਨੀਆ ਨੂੰ, ਤੁਸੀਂ ਅੱਖ ਖੋਲੋ ਤੇ ਦੁਨੀਆ ਤੁਹਾਨੂੰ ਰੱਬ ਵਾਂਗੂ ਦਿਖੇ ਕਿ ਰੱਬ ਪਾਲ ਰਿਹਾ, ਮੈਂ ਨਹੀਂ ਪਾਲ ਰਿਹਾ, ਮੈਂ ਨਹੀਂ ਚਲਾ ਰਿਹਾ, ਰੱਬ ਚਲਾ ਰਿਹਾ। ਐਸਾ ਨਿਰਵੈਰਤਾ ਦੀ ਅਵਸਥਾ ਪੈਦਾ ਰੱਖੋ। ਐਸੀ ਅਵਸਥਾ ਪੈਦਾ ਹੋਣ ਸਾਰ ਸੱਚੇ ਪਾਤਸ਼ਾਹ ਕਹਿੰਦੇ ਉਸ ਮੂਰਤ ਦੇ ਵਿੱਚ ਆਪਾਂ ਪ੍ਰਵੇਸ਼ ਕਰਦੇ ਹਾਂ ਜਿੱਥੇ ਟਾਈਮ ਤੁਹਾਡੇ ਉੱਤੇ ਇਫੈਕਟ ਨਹੀਂ ਪਾਉਂਦਾ, ਏਜਿੰਗ ਪ੍ਰੋਸੈਸ ਨਹੀਂ ਆਏਗੀ, ਬੁਢਾਪਾ ਨਹੀਂ ਆਏਗਾ। ਮਹਾਰਾਜ ਕਹਿੰਦੇ ਗੁਰਮੁਖ ਬੂਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਨਹੀਂ ਤਾਂ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਹੀਂ। ਕਹਿੰਦੇ ਜੇ ਆ ਚਿੱਟੇ ਮੇਰੇ ਬਾਲ ਆਏ ਨੇ ਨਾ ਜੀ, ਇਸ ਵਾਸਤੇ ਆ ਗਏ ਕਿ ਮੈਂ ਐਸੇ ਕੋ ਕਰਮ ਕੀਤੇ ਨੇ, ਮੇਰਾ ਮਨ ਰੱਬ ਤੋਂ ਦੂਰ ਰਿਹਾ। ਧਿਆਨ ਰੱਖਿਓ, ਨਹੀਂ ਤਾਂ ਕਿਤੇ ਬਚਪਨ ਤੋਂ ਸੁਰਤ ਹੁੰਦੀ, ਇਹ ਬੁਢਾਪਾ ਨਾ ਆਉਂਦਾ। ਸਤ ਕਰਕੇ ਜਾਣੋ, ਪ੍ਰੈਕਟੀਕਲ ਲਾਈਫ ਤੁਹਾਨੂੰ ਦੱਸ ਰਹੇ ਹਾਂ। ਐ ਗੁਰਸਿੱਖੋ, ਇਸ ਨੂੰ ਵਿਚਾਰਿਓ, ਪਹਿਰਾ ਦਿਓ। ਜੇ ਤੁਸੀਂ ਕਿਤੇ ਵੀ ਬੈਠੇ ਹੋ, ਚਾਹੇ ਬੁੱਢੇ ਹੋ ਗਏ ਹੋ, ਐਸ ਵੇਲੇ ਵੀ ਤੁਸੀਂ ਤਰ ਸਕਦੇ ਹੋ ਜੇ ਇਸ ਸ਼ਬਦਾਂ ਤੇ ਪਹਿਰਾ ਦੇ ਦਿਓ। ਹੁਣ ਵੀ ਕਹਿਣਾ ਛੱਡ ਦਿਓ ਕਿ ਮੈਂ ਕਰਦਾ, ਮੇਰਾ ਕੀਤਾ ਹੋਇਆ। ਇਹ ਜਿੰਨਾ ਛੇਤੀ ਛੁਟੇਗਾ, ਕਹਿੰਦੇ ਅਜਾ ਮਲ ਕੋ ਅੰਤਕਾਲ ਮੇਂ ਨਾਰਾਇਣ ਸੁਦਾਈ, ਜਾਂ ਗਤ ਕੋ ਜੋਗੀਸ਼ਰ ਬਾਛਤ ਸੋਗਤ ਛਿਨਵੇਂ ਪਾਈ। ਸੱਚੇ ਪਾਤਸ਼ਾਹ ਕਹਿੰਦੇ ਰੱਬ ਦੀ ਮੂਰਤ ਸਮੇਂ ਦੇ ਬੰਧਨ ਤੋਂ ਪਰੇ ਰਹਿੰਦੀ ਹੈ। ਉਹ ਨਾ ਸਮੇਂ ਦੇ ਬੰਧਨ ਵਿੱਚ ਆਉਂਦਾ ਹੈ ਤੇ ਨਾ ਸਮੇਂ ਦੇ ਬੰਧਨ ਵਿੱਚੋਂ ਜਾਂਦਾ ਹੈ, ਉਹ ਹਮੇਸ਼ਾ ਰਹਿੰਦਾ ਹੈ। ਧਿਆਨ ਰੱਖਿਓ, ਐਸੀ ਅਵਸਥਾ ਜਿਸ ਵੇਲੇ ਪ੍ਰਾਪਤ ਹੁੰਦੀ ਹੈ ਮਨ ਨੂੰ, ਮਹਾਰਾਜ ਕਹਿੰਦੇ ਭਾਈ ਉਹ ਜੀਵਨ ਵਿੱਚ ਅਜੋਨੀ ਹੁੰਦਾ ਹੈ। ਐਸਾ ਰੱਬ ਜੋਨੀਆਂ ਦੀ ਪ੍ਰਤਪਾਲਨਾ ਕਰਦਾ ਹੈ, ਉਹ ਜੋਨੀਆਂ 'ਚ ਆਉਂਦਾ ਨਹੀਂ ਹੈ। ਇਹ ਨਹੀਂ ਕਹਿੰਦਾ ਕਿ ਰੱਬ ਜੋਨੀ ਅੱਜ ਪੈਦਾ ਹੋ ਗਿਆ, ਰੱਬ ਨਹੀਂ ਪੈਦਾ ਹੁੰਦਾ ਹੈ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਸੋ ਮੁਖ ਜਾਲੋ ਜਿਤ ਕਹੇ ਠਾਕੁਰ ਜੋਨੀ। ਜਿਹੜਾ ਕਹਿੰਦੇ ਨਾ ਰੱਬ ਪੈਦਾ ਹੋ ਗਏ ਜੀ, ਹੁਣ ਰੱਬ ਮਰ ਗਏ, ਉਹਨੂੰ ਸਮਝੋ ਹਾਲੇ ਰੱਬ ਦਾ ਗਿਆਨ ਨਹੀਂ ਹੋਇਆ। ਸੋ ਖਿਆਲ ਕਰਨਾ, ਉਹ ਜੋਨੀਆਂ ਤੋਂ ਪਰੇ ਰਹਿੰਦਾ ਹੈ, ਉਹ ਜੋਨੀਆਂ ਤੋਂ ਪਰੇ ਲੈ ਜਾਏਗਾ। ਅਸੀਂ ਮੁੜ ਕੇ ਮਨੁੱਖਾਂ ਦੇਹੀ ਵਿੱਚ ਨਹੀਂ ਆਵਾਂਗੇ, ਅਸੀਂ ਐਸੇ ਪਲੇਜ਼ਰ ਦੇ ਵਿੱਚ ਰਹਾਂਗੇ ਜਿੱਥੇ ਰੱਬ ਆਪ ਹੁੰਦਾ ਹੈ। ਵੀ ਵਿਲ ਬੀ ਮਰਜਿੰਗ ਇਨਟੂ ਹਿਮ ਐਂਡ ਵੀ ਆਰ ਵਨ ਵਿਦ ਹਿਮ। ਧਿਆਨ ਰੱਖਣਾ, ਵੀ ਵਿਲ ਬੀ ਵਨ ਵਿਦ ਹਿਮ। ਧਿਆਨ ਰੱਖਣਾ, ਇਸ ਖੁਸ਼ੀ ਨੂੰ ਜੀਵਨ ਵਿੱਚ ਲੈ ਕੇ ਆਓ, ਇਸ ਆਨੰਦ ਅਵਸਥਾ ਨੂੰ ਪ੍ਰਾਪਤ ਕਰੋ ਕਿ ਮੈਨੂੰ ਜਨਮ ਲੈਣ ਦੀ ਲੋੜ ਨਹੀਂ, ਮੈਂ ਕੋਈ ਦੁਨੀਆ ਦੇ ਕੰਮ ਨਹੀਂ ਕਰਦਾ, ਨਾ ਅੱਗੇ ਆ ਕੇ ਕੰਮ ਕਰਾਂਗਾ, ਉਹ ਰੱਬ ਕਰਦਾ ਹੈ। ਉਹਦੇ ਕੀਤੇ ਨੂੰ ਆਪਣਾ ਕੀਤਾ ਕਹਿ ਕੇ ਸਗਾ ਮੈਂ ਦੁਖੀ ਹੁੰਨਾ। ਮੈਨੂੰ ਇਹ ਗੱਲ ਜੀ ਅਵਸਥਾ ਸਮਝ ਆਵੇ ਕਿ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣਾ, ਰੱਬ ਦੇ ਗੁਣ ਗਾਉਣੇ ਨੇ, ਤੇ ਇਸ ਸੰਸਾਰ ਤੋਂ ਜਿਉਂਦੇ ਮੁਕਤ ਹੋਣ ਦਾ ਰਸਤਾ ਹੈ। ਭਾਈ ਆਖੋ ਸਤਨਾਮ। ਸੋ ਸੱਚੇ ਪਾਤਸ਼ਾਹ ਕਹਿੰਦੇ ਐਸੀ ਅਜੋਨੀ ਅਵਸਥਾ ਜਿਸ ਵੇਲੇ ਪ੍ਰਾਪਤ ਹੁੰਦੀ ਹੈ,
ਕਹਿੰਦੇ ਸਹਿ ਭੰਗ ਦੀ ਅਵਸਥਾ ਪ੍ਰਾਪਤ ਹੋ ਜਾਏਗੀ। ਸਹਿ ਭੰਗ ਦਾ ਅਰਥ ਸਮਝਦੇ ਹੋ? स्वयं भंग हो जाएगा, मैं मिट जाएगी। जब हम होते तब तू ना, अब तू ही मैं ना। इसे शरीर विचों रब सुते प्रकाश होवेगा जी। ऐसे नानक रब नानक होके वरते। ध्यान रखना, रब अंगत होके वरते, रब महात्मा होके वरतते ने, रब संत शहीद होके वरतते ने। कहने आए रब जीवन च वरतदा दिखदा, ਇਹਦੇ ਦਰਸ਼ਨ ਪਾਓ। ਆਖੋ ਸਤਨਾਮ। ਇਹ ਮੂਲ ਮੰਤਰ ਸਾਹਿਬ ਜੀ ਦੀ ਵਿਆਖਿਆ ਹੈ, ਇਹ ਗੁਰ ਹੈ, ਇਹ ਜੁਗਤੀ ਹੈ। ਇਸ ਜੁਗਤ ਨੂੰ ਪਹਿਚਾਨਿਓ, ਇਹਦਾ ਪ੍ਰਸਾਦ ਲੈਣਾ। ਐਸੇ ਭਾਵ ਨੂੰ ਜਪਦਿਆਂ ਹੋਇਆਂ ਮੂਲ ਮੰਤਰ ਸਾਹਿਬ ਦਾ ਇੱਕ ਇੱਕ ਸ਼ਬਦ ਦ੍ਰਿੜ ਕਰੋ। ਜਿਉਂ-ਜਿਉਂ ਅਸੀਂ ਜਪਾਂਗੇ, ਮਹਾਰਾਜ ਕਹਿੰਦੇ ਉਹ ਸੱਚ ਨਾਲ ਅਸੀਂ ਕਲਮਨੇਟ ਹੋਵਾਂਗੇ। ਜੋ ਆਦਿ ਤੋਂ ਸੱਚ ਹੈ, ਜਦੋਂ ਤੋਂ ਯੁੱਗ ਬਣੇ ਉਦੋਂ ਤੋਂ ਸੱਚ ਹੈ, ਇਹ ਹੁਣ ਵੀ ਸੱਚ ਹੈ। ਮਹਾਰਾਜ ਕਹਿੰਦੇ ਨਾਨਕ ਹੋਸੀ ਵੀ ਸੱਚ। ਨਾਨਕ ਪਾਤਸ਼ਾਹ ਨੂੰ ਰੱਬ ਕਹਿੰਦੇ ਨੇ ਕਿ ਐ ਨਾਨਕ ਇਹ ਅੱਗੇ ਨੂੰ ਵੀ ਸੱਚ ਰਹੇਗਾ। ਆਖੋ ਸਤਨਾਮ। ਉਹ ਮੰਤਰ ਸਾਨੂੰ ਦਿੱਤਾ ਐ ਗੁਰਸਿੱਖੋ, ਇਹਦੀ ਵਿਆਖਿਆ ਸਾਰੀ ਗੁਰਬਾਣੀ ਹੈ। ਇਹ ਮਹਾਰਾਜ ਦਾ ਸਰੂਪ ਹੈ। ਸੋ ਇਉਂ ਰੱਬ ਨੂੰ ਜਪਿਓ। ਕਹਿੰਦੇ ਜਿਹੜਾ ਵੀ ਜਪਦਾ, ਕਹਿੰਦੇ ਜੀਤ ਫਿਰੇ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਰਦੰਗ ਨਗਾਰੇ। आओ इस शब्द ਨੂੰ ਨਾਲ ਸਰਵਣ ਕਰਕੇ ਫਿਰ ਸਮਾਪਤੀ ਹੈ ਜੀ। ਪੜੋ ਜਰਾ ਪਿਆਰ ਨਾਲ। जीत फिरे सब देश दिशान को, जीत फिरे सब देश दिशान को, जीत फिरे सब देश दिशान को, जीत फिरे सब देश दिशान को। बाजत ढोल मृदंग नगारे, बाजत ढोल मृदंग नगारे, बाजत ढोल मृदंग नगारे, बाजत ढोल मृदंग नगारे। जीत फिरे सब देश दिशान को, जीत फिरे सब देश दिशान को, जीत फिरे सब देश दिशान को, जीत फिरे सब देश दिशान को। बाजत ढोल मृदंग नगारे, जीत फिरे जीत फिरे जीत फिरे जीत फिरे जीत फिरे सब देश दिशान को, जीत फिरे सब देश दिशान को। गुंजत गुड़ ज्ञान के सुंदर, ਇਸ ਵੇਲੇ ਤੁਸੀਂ ਰੱਬ ਨੂੰ ਸੁਣ ਰਹੇ ਹੋ। ਜਿਹੜਾ ਮਿਟ ਕੇ ਗਾਏਗਾ ਰੱਬ ਗਾਉਂਦਾ ਹੋਏਗਾ, ਜਿਹੜਾ ਜਨਾ ਕੇ ਗਾਏਗਾ ਫਿਰ ਬੰਦਾ ਗਾਉਂਦਾ ਹੋਏਗਾ। ਜਨਾ ਕੇ ਗਾਉਣ ਵਾਲੇ ਦਾ ਗਾਉਣਾ ਪਸੰਦ ਨਹੀਂ ਆਏਗਾ, ਜਿਹੜਾ ਰੱਬ ਗਾਉਂਦਾ ਹੋਏਗਾ ਪਤਾ ਲੱਗੇਗਾ ਕਿ ਰੱਬ ਗਾ ਰਿਹਾ ਹੈ। ਆਏ ਸਾਖਸ਼ਾਤ ਰੱਬ ਨੂੰ ਗਾਉਂਦਿਆਂ ਹੋਇਆਂ ਜੀਵਨ 'ਚ ਸਿੱਖੋ। ਜਦੋਂ ਕੀਰਤਨ ਹੋਵੇ, ਜਦੋਂ ਕੀਰਤਨ ਕਰੋ, ਰੱਬ ਆਪ ਕਰ ਰਿਹਾ ਕਰਕੇ ਜਾਣੋ। ਭੁੱਲ ਕੇ ਨਾ ਕਹਿ ਦਿਓ ਮੈਂ ਕਰਕੇ ਆਇਆ ਸੀ। ਆਖੋ ਸਤਨਾਮ। ਪੜੋ ਜਰਾ ਪਿਆਰ ਨਾਲ ਜੀ। गुंजत गुड़ ज्ञान के सुंदर, गुंजत गुड़ ज्ञान के सुंदर। हिंसती है राज हजारे, हिंसती है राज हजारे। भूत पवेख पवन के भूपत, भूत पविख पवन के भूपत। कौन गणे नहीं जात बिचारे, कौन गणे नहीं जात बिचारे। बाजत ढोल मृदंग नगारे, बाजत ढोल मृदंग नगारे। जीत फिरे सब देश दिशान को, जीत फिरे सब देश दिशान को, जीत फिरे सब देश दिशान को, जीत फिरे सब देश दिशान को।
पत श्री भगवान भजे बिन। ਜੀਵਨ ਵਿੱਚ ਭਗਵਾਨ ਨੂੰ ਭਜੋ। ਭਗਵਾਨ ਦਾ ਅਰਥ ਸਮਝਦੇ ਹੋ? ਜਿਹੜਾ ਮਾਤਾ ਦੇ ਉਦਰ ਤੋਂ ਪੈਦਾ ਹੁੰਦਾ ਤੇ ਰੱਬ ਦਾ ਵਾਹਨ ਬਣ ਜਾਏ ਉਹਨੂੰ ਭਗਵਾਨ ਕਹਿੰਦੇ ਨੇ। ਕੀ ਕਹਿੰਦੇ ਨੇ? ਭਗਵਾਨ। ਜੋ ਵੀ ਮਾਤਾ ਦੇ ਉਦਰ ਤੋਂ ਪੈਦਾ ਹੁੰਦਾ ਉਹ ਰੱਬ ਨਾਲ ਕਿਵੇਂ ਮਿਲਦਾ ਹੈ? ਰੱਬ ਦਾ ਹੀ ਰੂਪ ਹੋ ਕੇ ਮਿਲਦਾ ਹੈ। ਆਖੋ ਸਤਨਾਮ। ਕਹਿੰਦੇ ਭਾਈ ਜੇ ਤਾਂ ਪੈਦਾ ਹੋਣ ਤੋਂ ਬਾਅਦ ਬੰਦਾ ਕਹਿ ਦੇ ਮੈਂ ਚੱਲਦਾ, ਉਹਨੂੰ ਚੱਲਣਾ ਨਹੀਂ ਆਇਆ। ਜੇ ਬੰਦਾ ਕਹਿੰਦਾ ਮੈਂ ਪਾਠ ਕਰਦਾ, ਉਹਨੂੰ ਪਾਠ ਕਰਨਾ ਨਹੀਂ ਆਇਆ। ਜਿਹੜਾ ਬੰਦਾ ਭਜਨ ਕਰਕੇ ਕਹਿ ਦੇ ਮੈਂ ਭਜਨ ਕੀਤਾ, ਉਹਨੂੰ ਭਜਨ ਕਰਨਾ ਨਹੀਂ ਆਇਆ। ਜਿਹੜਾ ਸੇਵਾ ਕਰਕੇ ਕਹਿ ਦੇ ਮੈਂ ਸੇਵਾ ਕਰਕੇ ਆਇਆ, ਉਹਨੂੰ ਸੇਵਾ ਕਰਨੀ ਨਹੀਂ ਆਈ। ਨਹੀਂ ਆਈ। ਜੀਵਨ ਵਿੱਚ ਸੇਵਾ ਕਰਦਿਆਂ ਹੋਇਆਂ ਕਹੋ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਪਿਓ ਆਪ ਹੈ। ਜਿਸ ਵੇਲੇ ਸੇਵਾ ਹੋਵੇ ਤੇ ਕਹਿ ਦਿਓ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਇਹ ਜੀਵਨ ਨਹੀਂ ਕਰ ਸਕਦਾ ਤੇਰੀ ਸੇਵਾ ਮੇਰੇ ਮਾਲਕ। ਇਹ ਸੇਵਾ ਤੂੰ ਆਪ ਕਰਾ ਤੇ ਕਰ ਰਿਹਾ, ਕਰਾ ਤੇ ਕਰ ਰਿਹਾ, ਕਰਾ ਰਿਹਾ, ਸਾਨੂੰ ਮਿਟਾ ਰਿਹਾ ਤੇ ਕਰ ਤੂੰ ਆਪ ਰਿਹਾ। ਆਖੋ ਸਤਨਾਮ। ਆਪਣੇ ਆਪ ਨੂੰ ਜਿਉਂਦਿਆਂ ਜੀ ਭੁਗਤੇ ਵਿੱਚ ਮਿਲਾ ਦੇਣਾ। ਕਰਤਾ ਤੇ ਭੁਗਤਾ ਇੱਕ ਹੋ ਜਾਏ। ਆਖੋ ਸਤਨਾਮ। ਇਹ ਜਿਉਂਦੇ ਜੀ ਮਹਾਰਾਜ ਦੇ ਵਿੱਚ ਰੱਬ ਨਾਲ ਮਿਲਣ ਦੀ ਨਿਸ਼ਾਨੀ ਹੈ। ਐਸੀ ਨਿਗਾਹ ਪੈਦਾ ਕਰੋ ਦੁਨੀਆ ਵਿੱਚ ਰੱਬ ਦਿਖੇ ਆਪਾਂ ਨੂੰ। ਆਖੋ ਸਤਨਾਮ। श्री पत श्री भगवान भजे बिन। 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 अंत को अंत के धाम सिधारे। बाजत ढोल मृदंग नगारे। बाजत ढोल मृदंग नगारे। जीत फिरे सब देश दिशान को। जीत फिरे सब देश दिशान को। बाजत ढोल मृदंग नगारे। बाजत ढोल मृदंग नगारे। बाजत ढोल मृदंग नगारे। बाजत ढोल मृदंग नगारे। जीत फिरे सब देश दिशान को। जीत फिरे सब देश दिशान को। जीत फिरे सब देश दिशान को। बाजत ढोल मृदंग नगारे। गुंजत कूड़ जान के सुंदर हिंस दे राज हजारे। जीत फिरे जीत फिरे जीत फिरे जीत फिरे सब देश दिशान। जीत फिरे सब जीत फिरे जीत फिरे सब देश दिशान। ਸਾਰੀ ਸੰਗਤ ਦਾ ਧੰਨਵਾਦ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਅੱਛਾ ਸੋ ਇੱਥੇ ਹੀ ਸਮਾਪਤੀ ਹੈ। ਮਹਾਰਾਜ ਜੀ ਦੀ ਬਾਣੀ ਕਰ ਵਿਚਾਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ। ਫਤਿਹ ਦਾ ਬਾਜਾ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु प्यारी गुरु सत्कारी साध संगत जी। वाहिगुरू जी का खालसा वाहिगुरू जी की फतेह। क्षमा करना थोड़ा लेट हो गया। भाई साहब जी, डॉक्टर साहब, ईश्वर सिंह जी, बहुत बहुत धन्यवाद। जिस तरह महाराज जी ने सोझी बख्शी है गुरबाणी का ज्ञान संगत तक पहुँचाना, इन्ने प्यार और सत्कार दे नाल महाराज चढ़दियां